ਐਤਕੀ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਵੇਂ ਕਈ ਵੱਖ-ਵੱਖ ਰਾਜਾਂ ਦਾ ਵੱਖ-ਵੱਖ ਮੁੱਦਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ, ਪਰੰਤੂ ਪੰਜਾਬ ਦੇ ਜ਼ਿਕਰ ਦੇ ਵਿੱਚ ਨਸ਼ਿਆਂ ਦੀ ਗੱਲ ਉਹਨਾਂ ਨੇ ਛੇੜੀ ਹੈ। ਤੇ ਜਿਵੇਂ ਇੱਕ ਵਿਅੰਗ ਤੇ ਇੱਕ ਸ਼ਲਾਘਾ, ਮਤਲਬ ਕਿ ਉਹਨਾਂ ਨੇ ਜਿੱਥੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਪੰਜਾਬ ਦੀਆਂ ਕੁਝ ਸਮਾਜ ਸੇਵੀ ਜਥੇਬੰਦੀਆਂ ਨਸ਼ਿਆਂ ਦੇ ਖਿਲਾਫ ਇੱਕ ਜਾਗਰੂਕਤਾ ਮੁਹਿੰਮ ਆਰੰਭ ਰਹੀਆਂ ਨੇ, ਛੇੜ ਰਹੀਆਂ ਨੇ ਜਾਂ ਛੇੜੀ ਹੋਈ ਹੈ। ਤੇ ਜਿਸ ਤੋਂ ਅੱਗੇ ਜਾਈਏ ਤਾਂ ਉਹਨਾਂ ਦਾ ਜ਼ਿਕਰ ਇੱਕ ਕਿ ਪੰਜਾਬ ਨੂੰ ਲੈ ਕੇ ਨਸ਼ਿਆਂ ਉੱਤੇ ਹੋਣਾ ਇਹ ਵੀ ਇੱਕ ਚਿੰਤਾ ਵਾਲੀ ਗੱਲ ਹੈ, ਕਿਉਂਕਿ ਇੱਕ ਵਾਰ ਰਾਹੁਲ ਗਾਂਧੀ ਵੀ ਜਦੋਂ ਪੰਜਾਬ ਦੇ ਵਿੱਚ ਆਏ ਸਨ ਤਾਂ ਉਹਨਾਂ ਨੇ ਵੀ ਇੱਕ ਵਾਰ ਵੱਡੇ ਪੱਧਰ ਉੱਤੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਉਭਾਰ ਦੀ ਗੱਲ ਕਰਕੇ ਇੱਕ ਨਵੇਂ ਮੁੱਦੇ ਨੂੰ ਅੰਜਾਮ ਦਿੱਤਾ ਸੀ। ਸਮੇਤ ਹੋਰ ਵੱਖ-ਵੱਖ ਮਸਲੇ ਮੁੱਦੇ ਗੱਲਬਾਤ ਲਈ ਸਾਡੇ ਨਾਲ ਜੁੜੇ ਨੇ ਉੱਘੇ ਲੇਖਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਵੈਲਕਮ, ਸਵਾਗਤ। बहुत बहुत शुक्रिया पिंडर साहब, सत श्री अकाल। ਡਾਕਟਰ ਸਾਹਿਬ, ਨਸ਼ਿਆਂ ਦਾ ਜਿਹੜਾ ਜ਼ਿਕਰ ਹੈ ਪੰਜਾਬ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਕਰਨਾ, ਭਾਵੇਂ ਉਹਨਾਂ ਨੇ ਇਹ ਸ਼ਲਾਘਾ ਕੀਤੀ ਹੈ ਕਿ ਕੋਈ ਸਮਾਜ ਸੇਵੀ ਜਥੇਬੰਦੀਆਂ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਮੁਹਿੰਮ ਵਿੱਚ ਮਸ਼ਰੂਫ ਨੇ ਤੇ ਜਿਸ ਦਾ ਦੇਸ਼ ਵਿਆਪੀ ਫਾਇਦਾ ਪਹੁੰਚੇਗਾ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਮੁਹਿੰਮ ਲਈ, ਪਰੰਤੂ ਸਿਆਸੀ ਚਿੰਤਕਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜੀ ਇਹ ਨਸ਼ਿਆਂ ਨੂੰ ਲੈ ਕੇ ਪੰਜਾਬ ਦੇ ਸੰਦਰਭ ਦੇ ਵਿੱਚ ਜ਼ਿਕਰ ਕੀਤਾ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਚੋਟ ਵੀ ਹੈ ਨਸ਼ਿਆਂ ਨੂੰ ਲੈ ਕੇ। ਖੈਰ, ਪੰਜਾਬ ਦੇ ਵਿੱਚ ਨਸ਼ਿਆਂ 'ਚ ਇੱਕ ਵਾਧਾ ਵੀ ਹੋ ਰਿਹਾ, ਇਹ ਇੱਕ ਵੱਡੇ ਪੱਧਰ ਉੱਤੇ ਚਿੰਤਾ ਵਾਲੀ ਵੀ ਗੱਲ ਹੈ। ਡਾਕਟਰ ਸਾਹਿਬ, ਇਨੀ ਦਿਨੀ ਮਾਨਸਾ ਦੇ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਜਾਗਰੂਕਤਾ ਮੋਰਚਾ ਵੱਡੇ ਪੱਧਰ ਉੱਤੇ ਚੱਲ ਰਿਹਾ ਹੈ। ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਜਾ ਵੀ ਆਏ ਨੇ ਤੇ ਜਿਹੜਾ ਉਹ ਸੰਘਰਸ਼ ਹੈ ਪੜਾਅਵਾਰ ਅੱਗੇ ਵੱਧ ਰਿਹਾ ਹੈ। ਪਰਵਿੰਦਰ ਸਿੰਘ ਝੋਟਾ ਨਾਮੀ ਵਿਅਕਤੀ ਉਸ ਸੰਘਰਸ਼ ਦਾ ਕੇਂਦਰ ਬਿੰਦੂ ਹੈ ਤੇ ਸਮਝਿਆ ਜਾਂਦਾ ਹੈ ਕਿ ਇਹ ਜਿਹੜਾ ਨਸ਼ਿਆਂ ਦੇ ਖਿਲਾਫ ਮਾਨਸਾ ਤੋਂ ਉੱਠਿਆ ਮੋਰਚਾ ਜਾਂ ਅਭਿਆਨ ਹੈ ਉਹ ਪੜਾਅਵਾਰ ਪੰਜਾਬ ਦੇ ਵਿੱਚ ਅੱਗੇ ਵੀ ਵੱਧ ਰਿਹਾ ਹੈ ਤੇ ਜਿਸ ਪ੍ਰਤੀ ਪੰਜਾਬੀਆਂ ਦੀਆਂ ਇਸ ਵੇਲੇ ਨਜ਼ਰਾਂ ਵੀ ਵੱਡੇ ਪੱਧਰ ਤੇ ਲੱਗੀਆਂ ਨੇ। ਤੇ ਇੱਕ ਵੱਡੀ ਗੱਲ ਡਾਕਟਰ ਸਾਹਿਬ, ਗੁਰਚੇਤ ਸਿੰਘ ਚਿੱਤਰਕਾਰ ਜਿਹੜੇ ਕਿ ਇੱਕ ਆਰਟਿਸਟ ਨੇ, ਉਹਨਾਂ ਵੱਲੋਂ ਝੋਟਾ ਖੁੱਲ੍ਹ ਗਿਆ ਨਾਮੀ ਇੱਕ ਹੁਣ ਫਿਲਮ ਵੀ ਬਣਾਈ ਜਾ ਰਹੀ ਹੈ, ਜਿਹੜੀ ਇੱਕ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ, ਭਾਵੇਂ ਕਿ ਫਿਲਮ ਸੰਬੰਧੀ ਉਹਨਾਂ ਨੇ ਤਿਆਰੀ ਕੱਸ ਲਈ ਹੈ, ਪਰੰਤੂ ਆਪਾਂ ਅੱਗੇ ਆਈਏ, ਗੱਲ ਕਰ ਰਹੇ ਹਾਂ ਨਸ਼ਿਆਂ ਦੀ। ਤੇ ਨਸ਼ੇ ਸਮੇਂ-ਸਮੇਂ ਇੱਥੇ ਜਿਹੜੇ ਸਿਆਸੀ ਆਗੂ ਨੇ ਉਹ ਇਸ ਗੱਲ ਦਾ ਭਰੋਸਾ ਵੀ ਦਿੰਦੇ ਰਹੇ ਜਦੋਂ ਸਰਕਾਰਾਂ ਗਠਿਤ ਕਰਨੀਆਂ ਹੁੰਦੀਆਂ ਕਿ ਨਸ਼ਿਆਂ ਦੇ ਖਿਲਾਫ ਇਹ ਕੀਤਾ ਜਾਏਗਾ ਜਾਂ ਉਹ ਕੀਤਾ ਜਾਏਗਾ, ਪਰੰਤੂ ਜਿਹੜਾ ਨਸ਼ਿਆਂ ਤੋਂ ਪੰਜਾਬ ਦਾ ਛੁਟਕਾਰਾ ਨਹੀਂ ਹੋ ਰਿਹਾ। ਡਾਕਟਰ ਸਾਹਿਬ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਨ ਕੀ ਬਾਤ ਦੇ ਵਿੱਚ ਨਸ਼ਿਆਂ ਦਾ ਜ਼ਿਕਰ ਤੇ ਓਵਰਆਲ ਸਿਆਸਤ ਦੇ ਵਿੱਚ ਨਸ਼ਿਆਂ ਦੀ ਜਿਹੜੀ ਹੈ ਗੱਲ ਜਾਂ ਜ਼ਿਕਰ ਹੋ ਰਿਹਾ, ਇਸ ਸੰਬੰਧੀ ਤੁਸੀਂ ਆਪਣੇ ਐਂਗਲ ਤੋਂ ਵਿਚਾਰ ਰੱਖਿਓ ਕਿ ਪੰਜਾਬ ਕਦੋਂ ਨਸ਼ਾ ਮੁਕਤ ਹੋ ਸਕਦਾ ਹੈ। ਜਿਹੜਾ ਪੰਜਾਬ ਇੱਕ ਖੁਸ਼ਹਾਲ ਸੂਬਾ ਸੀ ਜਿਸ ਦੇ ਨੌਜਵਾਨ ਰਜਗਰ ਚੌੜੀਆਂ ਛਾਤੀਆਂ ਵਾਲੇ ਜਿਹੜੇ ਕਿ ਵਿਦੇਸ਼ੀ ਹੁਕਮਰਾਨਾਂ ਦੇ ਨਾਲ ਜਿਹੜੇ ਪੱਛਮ ਤੋਂ ਹਮਲਾਵਰ ਆਉਂਦੇ ਸੀ ਉਹਨਾਂ ਦੇ ਨਾਲ ਟੱਕਰਾ ਕਰਦੇ ਸੀ। ਪੰਜਾਬ ਨੂੰ ਮਾਣ ਹੈਗਾ, ਪੰਜਾਬ ਨੂੰ ਖੜਗ ਭੁਜਾ ਵੀ ਕਿਹਾ ਜਾਂਦਾ, ਪਰ ਪਿਛਲੇ ਸਮੇਂ ਤੋਂ ਪੰਜਾਬ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਅਜਿਹਾ ਆਇਆ ਕਿ ਪੰਜਾਬ ਨੂੰ ਇੱਕ ਨਸ਼ਿਆਂ ਦੀ ਬਹੁਤ ਵੱਡੀ ਮੰਡੀ ਕਹਿ ਲਓ, ਜਾਂ ਪੰਜਾਬ ਦੇ ਵਿੱਚ ਨਸ਼ਾਖੋਰੀ ਦਾ ਬੇਇੰਤਹਾ ਅੰਤ ਨਹੀਂ ਹੈ, ਜਿਹਦੇ ਵਿੱਚ ਪ੍ਰਤੀ ਹਰੇਕ ਸਰਕਾਰ ਵੇਲੇ ਰੌਲਾ ਪੈਂਦਾ ਰਿਹਾ। ਅਸਲ ਦੇ ਵਿੱਚ 2005-6 ਤੋਂ ਬਾਅਦ ਤਾਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਇੱਕ ਅਜਿਹੀ ਹਨੇਰੀ ਆਈ ਹੈ ਜਿਹਦੇ ਬਾਰੇ ਹਰੇਕ ਸਮੇਂ ਤੇ ਆਵਾਜ਼ ਉਠਾਈ ਜਾਂਦੀ ਹੈ, ਸਮਾਜ ਸੇਵੀਆਂ ਵੱਲੋਂ, ਲੋਕਾਂ ਵੱਲੋਂ ਤੇ ਜਨਤਾ ਵੱਲੋਂ, ਜਿਸ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਚੇਤਨ ਵਰਗ ਵੱਲੋਂ, ਬੁੱਧੀਜੀਵੀਆਂ ਵੱਲੋਂ, ਸਮਾਜ ਸੇਵੀਆਂ ਵੱਲੋਂ ਨਿਰੰਤਰ ਆਵਾਜ਼ ਉਠਾਈ ਜਾਂਦੀ ਰਹੀ ਹੈ। ਇਸ ਸੰਦਰਭ ਦੇ ਵਿੱਚ ਜਿਵੇਂ ਕਿ ਤੁਸੀਂ ਨੇ ਜ਼ਿਕਰ ਕੀਤਾ ਕਿ ਸ਼੍ਰੀ ਰਾਹੁਲ ਗਾਂਧੀ ਜੀ ਨੇ ਵੀ ਇਸ ਬਾਰੇ ਆਵਾਜ਼ ਉਠਾਈ ਸੀ ਕਿ ਪੰਜਾਬ ਇੱਕ ਨਸ਼ਿਆਂ ਦੀ ਵੱਡੀ ਮੰਡੀ ਬਣ ਚੁੱਕਿਆ, ਨਸ਼ਿਆਂ ਦਾ ਹੋ ਹੈ। ਤੇ ਇਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਰਕਾਰ ਬਣਾਈ ਸੀ, ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਇਹ ਕਿਹਾ ਸੀ ਮੈਂ ਪੰਜਾਬ ਦੇ ਵਿੱਚੋਂ ਨਸ਼ੇ ਬੰਦ ਕਰ ਦਿਆਂਗਾ, ਨਸ਼ਾ ਖਤਮ ਕਰ ਦਿਆਂਗਾ, ਉਹਨਾਂ ਦਾ ਲੱਕ ਤੋੜ ਦਿਆਂਗਾ। ਪਰੰਤੂ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਉਸ ਤੋਂ ਬਾਅਦ ਨਸ਼ੇ ਦੀ ਕੋਈ ਗੱਲ ਨਹੀਂ ਰਹਿੰਦੀ। ਇਸੇ ਤਰ੍ਹਾਂ ਹੁਣ ਇਹ ਸਰਕਾਰ ਬਣੀ ਸੀ ਤਾਂ ਨਸ਼ਿਆਂ ਦਾ ਬਹੁਤ ਵੱਡਾ ਵਿਆਪਕ ਤੌਰ ਤੇ ਵਿਰੋਧ ਵੀ ਹੋਇਆ ਸੀ, ਪ੍ਰਚਾਰ ਹੋਇਆ ਸੀ ਵੀ ਨਸ਼ਾ ਪੰਜਾਬ ਨੂੰ ਨਸ਼ਾ ਖਾ ਰਿਹਾ ਤੇ ਇਹਨੂੰ ਸਮਾਧਾਨ ਕਰਨਾ ਚਾਹੀਦਾ। ਤੇ ਜਿੱਥੇ ਕਿਤੇ ਲੋਕਾਂ ਨੇ ਆਪਣੇ ਤੌਰ ਤੇ ਜਥੇਬੰਦੀਆਂ ਬਣਾ ਕੇ ਆਪਣਾ ਕਾਰਜ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦਾ ਸਟੇਟ ਦੇ ਨਾਲ ਟਕਰਾਅ ਹੁੰਦਾ ਰਿਹਾ, ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਕਿ ਪਰਵਿੰਦਰ
ਦਾ ਵਿਅਕਤੀ ਨੇ ਨਸ਼ਿਆਂ ਦੇ ਖਿਲਾਫ ਆਪਣੀ ਮੁਹਿੰਮ ਚਲਾਈ ਸੀ, ਪਰੰਤੂ ਉਲਟਾ ਉਸਦੇ ਉੱਪਰ ਹੀ ਪਰਚੇ ਦਰਜ ਕਰਕੇ ਉਹਨੂੰ ਕੀਤਾ ਹੋਇਆ ਤੇ ਉੱਥੇ ਇੱਕ ਵੱਡਾ ਮੋਰਚਾ ਚੱਲ ਰਿਹਾ। ਹੁਣ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਆਪਣੇ ਮਨ ਕੀ ਬਾਤ ਦੇ ਵਿੱਚ ਇਸ ਦੇ ਉੱਪਰ ਤੰਜ ਵੀ ਕੱਸਿਆ ਤੇ ਪੰਜਾਬ ਦੇ ਪ੍ਰਤੀ ਆਪਣਾ ਦਰਦ ਵੀ ਜ਼ਾਹਰ ਕੀਤਾ। ਉਹਨਾਂ ਨੇ ਨਸ਼ਿਆਂ ਦੀ ਨਿਖੇਧੀ ਵੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਇੱਥੋਂ ਦੀਆਂ ਸਮਾਜ ਸੇਵੀ ਜਥੇਬੰਦੀਆਂ ਆਪਣੇ ਤੌਰ ਤੇ ਕਾਰਜ ਕਰ ਰਹੀਆਂ ਨੇ। ਇਹ ਇੱਕ ਬਹੁਤ ਗੰਭੀਰ ਮਸਲਾ ਹੈ ਅਤੇ ਬੜੀ ਉਹਨਾਂ ਦੀ ਤਿੱਖੀ ਟਿੱਪਣੀ ਹੈ ਜਿਹੜੀ ਕਿ ਸਟੇਟ ਦੇ ਉੱਪਰ ਵੀ ਬਿਆਨ ਕਰਦੀ ਹੈ ਕਿ ਉਹਨਾਂ ਵੱਲੋਂ ਜਿਹੜਾ ਕਹਿਣ ਦਾ ਮਤਲਬ ਹੈ ਬਹੁਤ ਹੀ ਧਿਆਨ ਖਿੱਚਣ ਵਾਲਾ ਹੈ ਤੇ ਆਮ ਜਨਤਾ ਨੂੰ ਪ੍ਰਭਾਵਿਤ ਕਰਦਾ ਹੈ। ਬਈ ਇੱਕ ਪਾਸੇ ਤਾਂ ਸਰਕਾਰਾਂ ਕਹਿ ਰਹੀਆਂ ਨੇ ਵੀ ਅਸੀਂ ਨਸ਼ੇ ਦੇ ਖਿਲਾਫ ਆ, ਪਰੰਤੂ ਦੂਸਰੇ ਪਾਸੇ ਇਸ ਤਰ੍ਹਾਂ ਦੇ ਕਾਰਜ ਹੋ ਰਹੇ ਨੇ ਤੇ ਜਿਹੜੀਆਂ ਜਥੇਬੰਦੀਆਂ ਨੇ ਆਪਣੇ ਤੌਰ ਤੇ ਚੇਤਨ ਹੋ ਕੇ ਨਸ਼ੇ ਨੂੰ ਰੋਕਣ ਦੇ ਲਈ ਕਾਰਜ ਕਰ ਰਹੇ। ਪੰਜਾਬ ਕਿਉਂਕਿ ਇੱਕ ਬਾਰਡਰ ਸਟੇਟ ਹੈ, ਇੱਥੇ ਇਸ ਤਰ੍ਹਾਂ ਦੀ ਨਸ਼ਾਖੋਰੀ, ਇਸ ਤਰ੍ਹਾਂ ਦਾ ਹੋਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਨੂੰ, ਨੌਜਵਾਨੀ ਨੂੰ ਜਿੱਥੇ ਖਤਰਾ ਹੋ ਰਿਹਾ, ਉੱਥੇ ਦੇਸ਼ ਦੇ ਲਈ ਵੀ ਇੱਕ ਗੰਭੀਰ ਕਿਸਮ ਦੀ ਸਮੱਸਿਆ ਉਤਪੰਨ ਹੋਈ। ਬਿਲਕੁਲ ਡਾਕਟਰ ਸਾਹਿਬ, ਆਪਾਂ ਨਸ਼ਿਆਂ ਦੀ ਗੱਲ ਕਰ ਰਹੇ ਹਾਂ ਤਾਂ ਨਸ਼ੇ ਨਾਲ ਸੰਬੰਧਿਤ ਕਈ ਵੱਖਰੀ ਤਰ੍ਹਾਂ ਦੇ ਕਿੱਸੇ ਵੀ ਸਾਹਮਣੇ ਆ ਰਹੇ ਨੇ। ਪਟਿਆਲਾ, ਜਿਹਨੂੰ ਸ਼ਾਹੀ ਸ਼ਹਿਰ ਕਿਹਾ ਜਾਂਦਾ ਹੈ, ਓਵਰਆਲ ਸਾਰਾ ਜ਼ਿਲ੍ਹਾ ਸ਼ਾਹੀ ਜ਼ਿਲ੍ਹੇ ਵਜੋਂ ਆਪਣੇ ਆਪ ਨੂੰ ਸੱਦਦਾ ਹੈ। ਖੈਰ, ਪਟਿਆਲੇ ਜ਼ਿਲ੍ਹੇ ਦੇ ਵਿੱਚ ਸਮਾਣਾ ਸਬ ਡਿਵੀਜ਼ਨ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ। ਇੱਕ ਨਸ਼ਈ ਨੇ PRTC ਦੀ ਬੱਸ ਨੂੰ ਚੋਰੀ ਕਰ ਲਿਆ, ਖੁਦ ਚਲਾ ਲਿਆ, ਰੇੜ ਲਿਆ, 8-10 ਕਿਲੋਮੀਟਰ ਦੂਰ ਲੈ ਵੀ ਗਿਆ। ਇਸ ਤੋਂ ਬਾਅਦ ਮਾਮਲਾ ਟਰੇਸ ਹੋਇਆ। ਭਾਵੇਂ ਪੁਲਿਸ ਨੇ ਸਮੁੱਚੀ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਹੈ, ਪਰੰਤੂ ਮਾਮਲਾ ਇਹ ਹੈ ਕਿ ਇੱਕ ਨਸ਼ਈਆਂ ਦੇ ਜਿਹੜੇ ਹੌਸਲੇ ਨੇ ਉਹ ਵੀ ਬੜੇ ਵੱਧ ਰਹੇ ਨੇ। ਇਸੇ ਤਰ੍ਹਾਂ ਹੀ ਸਮਾਣਾ ਸਬ ਡਿਵੀਜ਼ਨ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਹੋਰ ਵੀ ਵਰਤਾਰਾ ਸਾਹਮਣੇ ਆਇਆ। ਇੱਕ ਪ੍ਰਾਇਮਰੀ ਸਕੂਲ, ਸਮਾਰਟ ਪ੍ਰਾਇਮਰੀ ਸਕੂਲ ਦਿਹਾਤੀ ਖੇਤਰ ਦਾ, ਉੱਥੇ ਇੱਕ ਅਧਿਆਪਕ ਉੱਤੇ ਪਿੰਡ ਦੇ ਮੁਤਬਰਾਂ ਤੇ ਪੰਚਾਇਤ ਦੇ ਆਗੂਆਂ ਨੇ ਦੋਸ਼ ਮੜਿਆ ਕਿ ਅਧਿਆਪਕ ਨਸ਼ੇ ਦੀਆਂ ਗੋਲੀਆਂ ਖਾ ਕੇ ਸਕੂਲ ਦੇ ਵਿੱਚ ਆ ਕੇ ਸੁੱਤਾ ਰਹਿੰਦਾ ਹੈ, ਜਿਸ ਨਾਲ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹਦੇ ਨਾਲ ਖਿਲਵਾੜ ਹੋ ਰਿਹਾ ਹੈ। ਚਲੋ ਖੈਰ, ਇਹ ਮਾਮਲਾ ਅੱਗੇ ਤੁਰਿਆ, ਪੜਤਾਲ ਹੋਈ ਤਾਂ ਅਧਿਆਪਕ ਦਾ ਕਹਿਣਾ ਸੀ ਕਿ ਅਜਿਹਾ ਨਹੀਂ, ਮਿਡ ਡੇ ਵਾਲੀਆਂ ਬੀਬੀਆਂ ਉਹਦੇ ਖਾਣੇ ਦੇ ਵਿੱਚ ਕੁਝ ਮਿਲਾ ਦਿੰਦੀਆਂ ਨੇ, ਪਾ ਦਿੰਦੀਆਂ ਨੇ, ਲਿਹਾਜ਼ਾ ਉਸ ਨੂੰ ਨੀਂਦ ਆ ਜਾਂਦੀ ਹੈ। ਜਦੋਂ ਕਿ ਮਿਡ ਡੇ ਵਾਲੀਆਂ ਬੀਬੀਆਂ ਦਾ ਕਹਿਣਾ ਹੈ ਕਿ ਜਿਹੜਾ ਮਿਡ ਡੇ ਵਾਲਾ ਖਾਣਾ ਹੈ ਉਹ ਬੱਚਿਆਂ ਵਾਸਤੇ ਹੈ। ਅਧਿਆਪਕ ਤਾਂ ਆਪਣਾ ਖਾਣਾ ਆਪਣੇ ਨਾਲ ਟਿਫਨ 'ਚ ਲੈ ਕੇ ਆਉਂਦੇ ਹੈ, ਉਹਨਾਂ ਦਾ ਅਧਿਆਪਕਾਂ ਦੇ ਖਾਣੇ ਨਾਲ ਕੋਈ ਲਿਗਾ ਦਿਗਾ ਨਹੀਂ। ਖੈਰ, ਹੁਣ ਇਹ ਪੜਤਾਲ ਬਲਾਕ ਐਲੀਮੈਂਟਰੀ ਅਫਸਰ ਜਿਹੜਾ ਸੰਬੰਧਿਤ ਹੈ ਉਹਦੇ ਕੋਲ ਹੈ। ਪੜਤਾਲ ਦੂਜੇ ਤੀਜੇ ਫੇਜ਼ ਦੇ ਵਿੱਚ ਪਹੁੰਚੀ ਹੋਈ ਹੈ। ਹੁਣ ਇਹ ਵੀ ਗੱਲ ਸਾਹਮਣੇ ਆਈ ਕਿ ਉਸ ਅਧਿਆਪਕ ਨੂੰ ਜਿਸ ਉੱਤੇ ਨਸ਼ੇ ਦੀਆਂ ਗੋਲੀਆਂ ਖਾ ਕੇ ਸਕੂਲ ਦੇ ਵਿੱਚ ਜਾਣਾ ਜਾਂ ਸਕੂਲ ਦੇ ਵਿੱਚ ਸੁੱਤੇ ਰਹਿਣਾ, ਉਸ ਨੂੰ ਇੱਕ ਵਾਰ ਉੱਚ ਅਧਿਕਾਰੀਆਂ ਨੇ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ। ਕਹਿੰਦਾ ਭਾਵ ਡਾਕਟਰ ਸਾਹਿਬ, ਜਿਹੜਾ ਨਸ਼ੇ ਦਾ ਵਰਤਾਰਾ ਉਹ ਅੱਗੇ ਵੱਧ ਰਿਹਾ ਹੈ ਤੇ ਹੁਣ ਉਹ ਸਕੂਲਾਂ 'ਚੋਂ ਗੁਜ਼ਰਦਾ ਹੋਇਆ PRTC ਦੇ ਦਾਇਰੇ ਦੇ ਵਿੱਚ ਵੀ ਜਾ ਪੁੱਜਿਆ ਹੈ। ਜੀ ਡਾਕਟਰ ਸਾਹਿਬ, ਨਸ਼ੇ ਦਾ ਵਰਤਾਰਾ ਜਿਹੜਾ ਕਿ ਬਹੁਤ ਹੀ ਖਤਰਨਾਕ ਰੁਝਾਨ ਧਾਰਨ ਕਰ ਚੁੱਕਿਆ, ਖਤਰਨਾਕ ਦਸ਼ਾ ਅਖਤਿਆਰ ਕਰ ਚੁੱਕਿਆ। ਜਿਵੇਂ ਦੱਸਿਆ ਕਿ ਤੁਸੀਂ, ਇੱਕ ਵਿਅਕਤੀ ਬੱਸ ਨੂੰ ਹੀ ਚੋਰੀ ਕਰਕੇ ਲੈ ਗਿਆ ਤੇ ਨਸ਼ੇ ਦੀ ਉਹ ਲੋੜ ਦੇ ਵਿੱਚ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਕਿੱਡਾ ਵੱਡਾ ਕ੍ਰਾਈਮ ਕਰ ਰਿਹਾ। ਇਸੇ ਤਰ੍ਹਾਂ ਜਿਹੜੇ ਸਕੂਲ ਦੇ ਅਧਿਆਪਕ ਨੇ, ਜਿਨ੍ਹਾਂ ਨੇ ਬੱਚਿਆਂ ਨੂੰ ਸਿੱਖਿਆ ਦੇਣੀ ਹੈ, ਬੱਚਿਆਂ ਨੂੰ ਕੌਮ ਦਾ ਨਿਰਮਾਣ ਕਰਨਾ ਹੈ, ਤੇ ਉਹੀ ਖੁਦ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਚੁੱਕੇ ਨੇ। ਸਮੁੱਚੇ ਸਿਸਟਮ ਦਾ ਇੱਕ ਨਿਗਾਰ ਹੈ। ਇਹ ਬਹੁਤ ਹੀ ਜਿਹੜਾ ਕਿ ਗੰਭੀਰ ਸਵਾਲ ਖੜੇ ਕਰਦਾ ਹੈ। ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਇੱਕ ਬਹੁਤ ਵੱਡੇ ਸੈਮੀਨਾਰ ਦੇ ਵਿੱਚ ਸੀਨੀਅਰ ਜਰਨਲਿਸਟ, ਬਹੁਤ ਹੀ ਜ਼ਿੰਮੇਵਾਰ ਜਰਨਲਿਸਟ ਹੈ, ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀ। ਉਹਨਾਂ ਨੇ ਪਬਲਿਕਲੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਕਿ ਪੰਜਾਬ ਪੁਲਿਸ ਦੇ ਟੌਪ ਬ੍ਰਾਸ ਦੇ ਅਧਿਕਾਰੀ, ਜਿਹੜੇ ਸਾਬਕਾ ਅਧਿਕਾਰੀ ਤੇ ਉਹਨਾਂ ਦੇ ਉੱਪਰ ਉਹਨਾਂ ਨੇ ਨਾਂ ਲੈ ਕੇ ਇਹ ਕਿਹਾ ਸੀ ਕਿ ਪਿਛਲੇ ਸਮੇਂ ਦੇ ਦੌਰਾਨ ਚਿੱਟੇ ਨੂੰ ਖਤਮ ਕਰਨ ਦੀ ਆੜ ਦੇ ਵਿੱਚ ਇਹਨਾਂ ਵਿਅਕਤੀਆਂ ਨੇ, ਇੱਕ ਨੇ 2500 ਕਰੋੜ ਰੁਪਏ ਤੇ ਇੱਕ ਨੇ 3500 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ। ਇਹ ਨਸ਼ਾ ਖਤਮ ਕਿਵੇਂ ਹੋਊਗਾ? ਇਹ ਸੋਚਣ ਵਾਲੀ ਗੱਲ ਹੈ। ਜੇ ਇਸ ਤਰ੍ਹਾਂ ਦਾ ਕਾਰਜ ਹੋਣ ਲੱਗ ਗਿਆ, ਜਿਹੜੇ ਨਸ਼ੇ ਨੂੰ ਖਤਮ ਕਰਨਾ ਹੈ ਤੇ ਉਹੀ ਨਸ਼ੇ ਦੀ ਗ੍ਰਿਫਤ ਦੇ ਵਿੱਚ ਨੇ, ਤਾਂ
ਦੇਸ਼ ਦਾ, ਕੌਮ ਦਾ, ਨੌਜਵਾਨਾਂ ਦਾ ਤੇ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਇਹ ਬਹੁਤ ਵੱਡੇ ਸਵਾਲ ਉਠਾ ਰਿਹਾ ਹੈ। ਇਹਦੇ ਤੋਂ ਲੱਗਦਾ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਜਿਸ ਤਰ੍ਹਾਂ ਕਿ ਇਹ ਤੰਜ ਕਸੀ ਹੈ, ਉਹਨਾਂ ਪਾਸ ਇਸ ਤਰ੍ਹਾਂ ਦੀਆਂ ਸਾਰੀਆਂ ਰਿਪੋਰਟਾਂ ਨੇ, ਉਹਨਾਂ ਨੂੰ ਪਤਾ ਹੈ, ਤਦ ਹੀ ਉਹਨਾਂ ਨੇ ਇਹ ਪੰਜਾਬ ਦੇ ਇਸ ਤਰ੍ਹਾਂ ਦੇ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਹੋਣ ਦੇ ਉੱਪਰ ਉਹਨਾਂ ਨੇ ਸਵਾਲ ਚੁੱਕੇ ਨੇ। ਕੀ ਭਿੰਡਰ ਸਾਹਿਬ? ਬਿਲਕੁਲ ਜੀ, ਜਿਹੜਾ ਪ੍ਰਧਾਨ ਮੰਤਰੀ ਵੱਲੋਂ ਨਸ਼ਿਆਂ ਉੱਤੇ ਤੰਜ ਤੇ ਨਾਲ ਇੱਕ ਸ਼ਲਾਘਾ, ਇਹਦੀ ਖੈਰ ਵੱਡੇ ਪੱਧਰ ਉੱਤੇ ਚਰਚਾ ਵੀ ਹੋ ਰਹੀ ਹੈ ਤੇ ਪੰਜਾਬ ਸਰਕਾਰ ਨੇ ਵੀ ਨਸ਼ਿਆਂ ਦੇ ਖਿਲਾਫ ਵੱਡੇ ਪੱਧਰ ਉੱਤੇ ਮੁਹਿੰਮ ਆਰੰਭੀ ਹੋਈ ਹੈ। ਖੈਰ ਡਾਕਟਰ ਸਾਹਿਬ, ਚਿੰਤਾ ਭਰਿਆ ਇੱਕ ਹੋਰ ਮਾਮਲਾ ਹੈ। ਦੇਸ਼ ਦੇ ਵਿੱਚ ਕੁੜੀਆਂ, ਮਹਿਲਾਵਾਂ ਉਹ ਲਾਪਤਾ ਹੋ ਰਹੀਆਂ ਨੇ, ਕਿਉਂਕਿ ਲਾਪਤਾ ਹੋਣ ਤੋਂ ਬਾਅਦ ਉਹਨਾਂ ਨਾਲ ਕੀ ਬੀਤ ਰਹੀ ਹੈ, ਇਹ ਇੱਕ ਵੱਖਰੀ ਕਹਾਣੀ ਹੋ ਸਕਦੀ ਹੈ। ਮਣੀਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਔਰਤਾਂ ਦੇ ਨਾਲ, ਜਿਹੜਾ ਦਰਿੰਦਗੀ ਦਾ ਨਾਚ ਹੋਇਆ, 2 ਔਰਤਾਂ ਦਾ ਜਿਹੜਾ ਕਿੱਸਾ ਸਾਹਮਣੇ ਆਇਆ, ਹਾਲਾਂਕਿ ਉੱਥੇ ਦੱਸਦੇ ਨੇ ਕਿ ਅਜਿਹੇ ਕਈ ਹੋਰ ਅਜਿਹੇ ਕਿੱਸੇ ਹੋ ਹਟੇ ਨੇ। ਤੇ ਫਿਰ ਜਿਹੜੀਆਂ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਦੇਸ਼ ਦੇ ਵਿੱਚ 2019 ਤੋਂ ਲੈ ਕੇ 2021 ਤੱਕ, ਇਹਨਾਂ ਸਾਲਾਂ ਦੇ ਵਿੱਚ ਵੱਡੀ ਤਾਦਾਦ ਜਿਹੜੀਆਂ ਕੁੜੀਆਂ ਤੇ ਮਹਿਲਾਵਾਂ ਉਹ ਲਾਪਤਾ ਹੋਈਆਂ ਨੇ, ਗਵਾਚ ਗਈਆਂ ਨੇ। ਡਾਕਟਰ ਸਾਹਿਬ, ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ? ਇਹ ਇੱਕ ਵੱਖਰੀ ਤਰ੍ਹਾਂ ਦਾ ਦਰਦ ਭਰਿਆ, ਚਿੰਤਾ ਵਾਲਾ ਮਾਮਲਾ ਹੈ। ਇੱਕ ਪਾਸੇ ਮਣੀਪੁਰ ਦੀ ਘਟਨਾ ਵਾਪਰੀ ਹੈ ਤੇ ਦੂਜੇ ਬੰਨੇ ਇੱਕ ਪੱਛਮੀ ਬੰਗਾਲ ਦੇ ਵਿੱਚ ਵੀ ਇੱਕ ਔਰਤ ਦੇ ਨਾਲ ਇੱਕ ਦਰਿੰਦਗੀ ਭਰਿਆ ਨਾਚ ਹੋਇਆ ਤੇ ਅੱਜ ਜਿਹੜੀ ਇਹ ਮਹਿਲਾ ਕਮਿਸ਼ਨ ਦਾ ਇੱਕ ਵਫਦ ਅੱਜ ਪੱਛਮੀ ਬੰਗਾਲ ਵੱਲ ਗਿਆ ਵੀ ਹੋਇਆ ਇਸ ਮਾਮਲੇ ਦੀ ਤਹਿਕੀਕਾਤ ਕਰਨ। ਇਸ ਤੋਂ ਪਹਿਲਾਂ ਮਣੀਪੁਰ ਵੀ ਅਜਿਹਾ ਕਮਿਸ਼ਨ ਗਿਆ ਸੀ ਤੇ ਜਿਹੜੀ ਰਿਪੋਰਟ ਹੈ ਉਹ ਇੱਕ ਵੱਖਰੇ ਰੌਂਗਟੇ ਖੜੇ ਕਰਨ ਵਾਲੀ ਹੈ। ਡਾਕਟਰ ਸਾਹਿਬ, ਇਸ ਨੂੰ ਥੋੜਾ ਜਿਹਾ ਖੋਲਿਓ। ਭਿੰਡਰ ਸਾਹਿਬ, ਔਰਤਾਂ ਦੇ ਉੱਪਰ ਜ਼ੁਲਮ ਹੋਣਾ, ਔਰਤਾਂ ਦੀ ਉਧਾਲੇ ਹੋਣਾ, ਔਰਤਾਂ ਦੇ ਨਾਲ ਬਲਾਤਕਾਰ ਹੋਣਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਜਦ ਕਿ ਸੱਭਿਆਚਾਰ ਸਮਾਜ ਦੇ ਵਿੱਚ ਜਦੋਂ ਕਿ ਇਹ ਗੱਲ ਕੀਤੀ ਜਾਂਦੀ ਹੈ ਕਿ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਹਾਸਲ ਨੇ, ਜਾਂ ਖਾਸ ਤੌਰ ਤੇ ਕੁਝ ਜਿਹੜੇ ਫੈਮਿਨਿਜ਼ਮ ਸੰਗਠਨਾਂ ਦੇ ਨਾਲ ਜੁੜੇ ਹੋਏ ਨੇ, ਉਹ ਔਰਤ ਨੂੰ ਪਿੱਤਰ ਸੱਤਾ ਤੋਂ ਮੁਕਤ ਕਰਨ ਦੇ ਨਾਅਰੇ ਵੀ ਬੁਲੰਦ ਕਰਦੇ ਨੇ। ਸਾਡੇ ਬੁੱਧੀਜੀਵੀ ਚਿੰਤਕ ਇਸ ਤਰ੍ਹਾਂ ਦੀਆਂ ਪੰਜਾਬ ਦੇ ਵਿੱਚ ਕਈ ਮੂਵਮੈਂਟਾਂ ਵੀ ਚੱਲੀਆਂ ਨੇ ਵੀ ਪਿੱਤਰ ਸੱਤਾ ਦੇ ਖਿਲਾਫ ਵਿਰੋਧ ਕਰਨਾ ਚਾਹੀਦਾ, ਪਰੰਤੂ ਜਿਹੜੇ ਅੰਕੜੇ ਆਏ ਦਿੱਤੇ ਨੇਗੇ NCRB ਨੇ ਪਾਰਲੀਮੈਂਟ ਦੇ ਵਿੱਚ, ਉਹਨਾਂ ਦੇ ਵਿੱਚ ਬੜੇ ਚਿੰਤਾਜਨਕ ਅੰਕੜੇ ਨੇ। ਉਹਨਾਂ ਦੇ ਮੁਤਾਬਕ 13.13 ਲੱਖ ਔਰਤਾਂ ਤੇ ਲੜਕੀਆਂ 2019 ਤੋਂ 2021 ਤੱਕ ਲਾਪਤਾ, ਜਿਨ੍ਹਾਂ ਦੇ ਵਿੱਚ 10.5 ਲੱਖ ਔਰਤਾਂ ਅਤੇ 2.5 ਲੱਖ ਦੇ ਕਰੀਬ ਜਿਹੜੀਆਂ ਲੜਕੀਆਂ ਨੇ 18 ਸਾਲ ਤੋਂ ਥੱਲੇ ਦੀਆਂ, ਉਹ ਲਾਪਤਾ ਹੋਈਆਂ ਨੇ, ਉਹ ਗੁੰਮ ਹੋਈਆਂ ਨੇ। ਫਿਰ ਇਹ ਅੰਕੜੇ ਹੋਰ ਵੀ ਖਤਰਨਾਕ ਤੇ ਚਿੰਤਾਜਨਕ ਇਸ ਪੱਖ ਤੋਂ ਨੇ ਕਿ ਜਿਹੜੇ ਇਹਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਟੌਪ ਦੇ ਉੱਪਰ ਮੱਧ ਪ੍ਰਦੇਸ਼ ਆ ਰਿਹਾ ਹੈ, 2 ਨੰਬਰ ਦੇ ਉੱਪਰ ਪੱਛਮੀ ਬੰਗਾਲ ਆ ਰਿਹਾ ਹੈ, ਉਸ ਤੋਂ ਬਾਅਦ ਮਹਾਰਾਸ਼ਟਰ, ਉੜੀਸਾ, ਛੱਤੀਸਗੜ੍ਹ, ਇਸ ਤਰ੍ਹਾਂ ਦੇ ਸੂਬਿਆਂ ਦੇ ਵਿੱਚੋਂ ਇਹ ਅੰਕੜੇ ਆ ਰਹੇ ਨੇ। ਤੇ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਉਹਨਾਂ ਦੇ ਵਿੱਚ ਸਭ ਤੋਂ ਉੱਪਰ ਜਿਹੜਾ ਟੌਪ ਹੈ, ਦੇਸ਼ ਦੀ ਰਾਜਧਾਨੀ ਦਿੱਲੀ ਆ ਰਹੀ ਹੈ, ਜਿਹਦੇ ਵਿੱਚ ਇਹਨਾਂ 2 ਸਾਲਾਂ ਦੇ ਵਿੱਚ ਔਰਤਾਂ ਦਾ ਅਤੇ ਲੜਕੀਆਂ ਦੇ ਉਧਾੜੇ ਹੋਏ ਨੇ। ਹੁਣ ਇੱਕ ਪਾਸੇ ਤਾਂ ਜਿਸ ਤਰ੍ਹਾਂ ਕਿ ਦੇਸ਼ ਦੇ ਵਿੱਚ ਕਿਸੇ ਵੇਲੇ ਦਾਮਨੀ ਦੇ ਨਾਲ ਬਲਾਤਕਾਰ ਹੋਇਆ ਸੀ ਤੇ ਬੜਾ ਵੱਡਾ ਕੋਹਰਾਮ ਮਚ ਗਿਆ ਸੀ ਤੇ ਕਾਨੂੰਨ ਦੀ ਸੋਧ ਕਰਨੀ ਪਈ ਹੈ ਤੇ ਇਹ ਵੀ ਕਾਨੂੰਨ ਬਣਾਇਆ ਗਿਆ ਕਿ ਜੇ ਕੋਈ 12 ਸਾਲ ਤੋਂ ਛੋਟੀ ਲੜਕੀ ਨਾਲ ਕੋਈ ਬਲਾਤਕਾਰ ਪਾਇਆ ਗਿਆ ਤਾਂ ਉਹਨੂੰ ਮੌਤ ਦੀ ਸਜ਼ਾ ਮਿਲੇਗੀ। ਪਰੰਤੂ ਇਸ ਤਰ੍ਹਾਂ ਦੇ ਕਾਰਜ ਵੀ ਹੋ ਰਹੇ, ਪਰੰਤੂ ਇੰਨੇ ਲੱਖਾਂ ਦੇ ਵਿੱਚ ਇਸ ਤਰ੍ਹਾਂ ਔਰਤਾਂ ਤੇ ਲੜਕੀਆਂ ਦਾ ਉਧਾਲਾ ਹੋ ਜਾਣਾ ਜਾਂ ਗੁੰਮ ਹੋ ਜਾਣਾ, ਉਹਨਾਂ ਨੂੰ ਕਿਸ ਪਾਸੇ ਧੱਕਿਆ ਜਾ ਰਿਹਾ ਹੈ, ਦੇਹ ਪਾਤ ਧੱਕਿਆ ਜਾ ਰਿਹਾ, ਕੀ ਹੋ ਰਿਹਾ, ਉਹਨਾਂ ਦੀ ਹੋਣੀ ਕੀ ਹੈ, ਇਹਦੇ ਬਾਰੇ ਬੜੀ ਚਿੰਤਾਜਨਕ ਦੇਸ਼ ਦੇ ਲਈ ਇੱਕ ਬਹੁਤ ਹੀ। ਬਿਲਕੁਲ ਡਾਕਟਰ ਸਾਹਿਬ, ਬੜੀ ਇਹ ਚਿੰਤਾ ਭਰੀ ਜਿਹੜੀ ਹੈ ਚਰਚਾ ਹੈ, ਜਾਂ ਜਿਹੜੇ ਅੰਕੜੇ ਸਾਹਮਣੇ ਆਏ ਨੇ ਰੌਂਗਟੇ ਖੜੇ ਕਰਨ ਵਾਲੇ ਨੇ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਕਈ ਤਰ੍ਹਾਂ ਦੇ ਅਜਿਹੇ ਮਾਮਲੇ ਉੱਤੇ ਉਪਜ ਕੇ ਸਾਹਮਣੇ ਆ ਰਹੇ ਨੇ ਕਿ ਜਿੱਥੇ ਔਰਤਾਂ ਆਪਣੀ ਚਾਰਦੀਵਾਰੀ ਦੇ ਵਿੱਚ ਨੇ ਤੇ ਜਿਹੜੀਆਂ ਔਰਤਾਂ ਇਸ ਵੇਲੇ ਚਾਰਦੀਵਾਰੀ ਤੋਂ ਬਾਹਰ ਨੇ, ਲਾਪਤਾ ਨੇ, ਉਹਨਾਂ ਨਾਲ ਕੀ ਬੀਤ ਰਹੀ ਹੋਵੇਗੀ। ਖੈਰ ਇੱਕ ਵੱਡਾ ਇਹ ਦਰਦ ਭਰਿਆ ਮਾਮਲਾ ਹੈ। ਡਾਕਟਰ ਸਾਹਿਬ, ਆਪਾਂ ਅੱਗੇ ਇੱਕ ਕੌਮੀ ਸਿਆਸਤ ਦੀ ਗੱਲ ਕਰੀਏ, ਇੰਡੀਆ ਗੱਠਜੋੜ, ਜਿਸ ਦੇ ਵਿੱਚ ਇਸ ਵੇਲੇ ਇਸ ਗੱਲੋਂ ਹੜਕੰਪ ਮਚਿਆ ਹੋਇਆ ਹੈ ਕਿ ਸ਼ਰਦ ਪਵਾਰ ਦੀ ਜਿਹੜੀ ਹੈ ਸਿਆਸਤ, ਕੌਮੀ ਸਿਆਸਤ, ਉਹ ਪੈਰੋਂ ਪੈਰ ਠੰਡੀ ਹੋ ਰਹੀ ਹੈ। ਸਿਆਸੀ ਪਾਵਰ ਨਹੀਂ ਉਹ ਦਿਖਾ ਰਹੇ ਤੇ ਜਿਸ ਦੇ ਨਾਲ ਇੰਡੀਆ ਗੱਠਜੋੜ ਉੱਤੇ ਵੀ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਨੇ।
ਅਗਲੀ ਜਿਹੜੀ ਬੈਠਕ ਸੀਗਾ ਉਹ ਮੁੰਬਈ ਰੱਖੀ ਗਈ ਸੀ। ਪਿਛਲੇ ਦਿਨੀ ਇੱਕ ਤਰੀਕ ਵੀ ਸਾਹਮਣੇ ਆਈ ਸੀ ਤੇ ਇੱਕ ਅਜਿਹੇ ਵੀ ਕਿਆਸੇ ਨੇ ਕਿ ਆਪੇ ਨੇ ਕਿ ਜਿਹੜੀ ਮੁੰਬਈ ਦਾ ਬੈਠਕ ਹੈ ਉਹ ਵੀ ਅੱਗੇ ਪੈ ਸਕਦੀ ਹੈ। ਕਈ ਤਰ੍ਹਾਂ ਦੀਆਂ ਗੁੰਝਲਾਂ ਨੇ। ਡਾਕਟਰ ਸਾਹਿਬ ਇਸ ਸਾਰੇ ਮਾਮਲੇ ਨੂੰ, ਇਸ ਭੇਦ ਨੂੰ ਸਾਹਮਣੇ ਲਿਆਇਓ, ਇਹ ਕੀ ਹੈ ਮੈਟਰ? ਕਿਉਂਕਿ ਪਿਛਲੇ ਦਿਨੀ ਜੀ ਬੰਗਲੁਰੂ ਦੇ ਵਿੱਚ ਜੋ ਮੀਟਿੰਗ ਹੋਈ ਸੀ ਉਦੋਂ ਇਹ ਨਿਸ਼ਚਿਤ ਕੀਤਾ ਗਿਆ ਸੀ ਅਗਲੀ ਮੀਟਿੰਗ ਮੁੰਬਈ ਦੇ ਵਿੱਚ ਹੋਈ ਤੇ ਮੁੰਬਈ ਦੀ ਮੀਟਿੰਗ ਦਾ ਡੇਟਾਂ ਵੀ ਆ ਗਈਆਂ ਸੀ। 25-26 ਅਗਸਤ ਆਈ ਸੀ ਤੇ ਪਰੰਤੂ ਇਹ ਹੁਣ ਅੱਗੇ ਪੈਂਦੀ ਲੱਗਦੀ ਹੈ ਕਿਉਂਕਿ ਮੁੰਬਈ ਦੇ ਵਿੱਚ ਜਿਹੜੀ ਰਾਜ ਕਰ ਰਹੀ ਸੱਤਾ ਤੇ ਹੈ ਉਹ ਐਨਡੀਏ ਤੇ ਉਹਦੇ ਸਹਿਯੋਗੀ ਨੇ ਤੇ ਉੱਥੇ ਹੁਣ ਉਸ ਦੀ ਮੇਜ਼ਬਾਨੀ ਕਰਨੀ ਸੀ ਉद्धਵ ਠਾਕਰੇ ਆ ਤੇ ਸ਼੍ਰੀ ਸ਼ਰਦ ਪਵਾਰ ਜਿਹੜੇ ਕਿ ਉੱਥੋਂ ਦੇ ਪ੍ਰਮੁੱਖ ਨੇ ਇਹਨਾਂ ਦੇ ਇੰਡੀਆ ਦੇ ਭਾਈਵਾਲ ਨੇ, ਇਹਨਾਂ ਵੱਲੋਂ ਕਰਨੀ ਬਣਦੀ। ਪਰ ਕਿਉਂਕਿ ਹੁਣ ਇਹ ਆ ਰਿਹਾ ਸਾਹਮਣੇ ਕਿ ਸ਼੍ਰੀ ਸ਼ਰਦ ਪਵਾਰ ਨੇ ਇੱਕ ਸਮਾਗਮ ਦੇ ਵਿੱਚ ਚੁਣੇ ਜਾਣਾ ਹੈ ਜਿੱਥੇ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੀ ਜਾ ਰਹੇ ਹੁਣ ਇਹਦੇ ਉੱਪਰ ਬੜੇ ਸ਼ੰਕਾਵਾਂ ਉਤਪੰਨ ਹੋ ਰਹੀਆਂ ਨੇ ਕਿ ਜਦ ਕਿ ਇੱਕ ਬੈਠੇ ਹੋਣਗੇ ਤੇ ਦੂਸਰੇ ਪਾਸੇ ਇੰਡੀਆ ਦਾ ਇਸ ਤਰ੍ਹਾਂ ਦਾ ਗੱਠਜੋੜ ਹੋਏਗਾ ਜਦ ਕਿ ਦੂਸਰੇ ਪਾਸੇ ਉਹ ਐਨਡੀਏ ਦੇ ਭਾਈਵਾਲ ਨਰਿੰਦਰ ਮੋਦੀ ਜੀ ਨਾਲ ਸਟੇਜ ਸਾਂਝੀ ਕਰਨਗੇ। ਇੱਥੇ ਇਹ ਵੀ ਸਮਝ ਆ ਰਹੀ ਹੈ ਕਿਉਂਕਿ ਅਜੀਤ ਪਵਾਰ ਜਿਹੜਾ ਕਿ ਸ਼ਰਦ ਪਵਾਰ ਦਾ ਭਤੀਜਾ ਹੈ ਉਹ ਐਨਡੀਏ ਦੇ ਗੱਠਜੋੜ ਦੇ ਪਾਲੇ ਵਿੱਚ ਚਲਿਆ ਗਿਆ ਤੇ ਜੇਕਰ ਹੁਣ ਇਹ ਵੀ ਸੋਚਿਆ ਜਾ ਰਿਹਾ ਹੈ, ਆਮ ਰਾਇ ਇਹ ਬਣ ਰਹੀ ਹੈ ਵੀ ਐਨਡੀਏ ਦੇ ਵਿੱਚ ਭੇਜਣ ਦਾ ਸ਼ਰਦ ਪਵਾਰ ਦਾ ਹੀ ਆਪਣੀ ਰਾਜਨੀਤੀ ਦਾ ਹਿੱਸਾ ਹੈ ਤੇ ਜੇਕਰ ਸ਼ਰਦ ਪਵਾਰ ਦੀ ਰਾਜਨੀਤੀ ਦਾ ਹਿੱਸਾ ਨਹੀਂ ਤੇ ਆਪਣੇ ਬਲਬੂਤੇ ਅਜੀਤ ਪਵਾਰ ਉੱਥੇ ਗਿਆ ਤਾਂ ਜਿਹੜਾ ਸ਼ਰਦ ਪਵਾਰ ਦਾ ਜਿਹੜਾ ਕ੍ਰਿਸ਼ਮਾ ਹੈ, ਜਿਹੜਾ ਲੀਡਰਸ਼ਿਪ ਦਾ ਕ੍ਰਿਸ਼ਮਾ ਹੈ, ਉਹ ਢਿੱਲਾ ਪੈਂਦਾ ਲੱਗਦਾ ਹੈ। ਇਸ ਤਰ੍ਹਾਂ ਕਈ ਸ਼ੰਕਾਵਾਂ ਉਤਪੰਨ ਹੋ ਰਹੀਆਂ ਨੇ ਤੇ ਇੰਡੀਆ ਦੇ ਵਿੱਚ ਇੰਡੀਆ ਦਾ ਜਿਹੜਾ ਗੱਠਜੋੜ ਬਣਿਆ ਉਹਦੇ ਵਿੱਚ ਸ਼ਰਦ ਪਵਾਰ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੋਵੇਗੀ, ਇਹ ਕਈ ਸ਼ੰਕਾਵਾਂ ਨੂੰ ਜਨਮ ਦੇ ਰਿਹਾ। ਕਹਿਣ ਦਾ ਭਾਵ ਕਿ ਜਿਹੜੀ ਮੁੰਬਈ ਦੀ ਬੈਠਕ ਹੈ ਉਹ ਇੰਡੀਆ ਗੱਠਜੋੜ ਲਈ ਮਾਊਂਟ ਐਵਰੈਸਟ ਚੋਟੀ ਦੇ ਸਮਾਨ ਹੈ। ਜੇਕਰ ਉਹ ਸਫਲਤਾਪੂਰਵਕ ਹੋ ਨਿਬੜੀ ਤਾਂ ਇੰਡੀਆ ਗੱਠਜੋੜ ਦੀ ਜਿਹੜੀ ਹੈ ਸਿਆਸੀ ਰਫ਼ਤਾਰ ਉਹ ਅੱਗੇ ਵਧੇਗੀ, ਬਰਕਰਾਰ ਰਹੇਗੀ ਜਿਵੇਂ ਚੱਲ ਰਹੀ ਹੈ। ਤੇ ਜੇਕਰ ਕੋਈ ਉਹਦੇ ਤੇ ਕੁਐਸਚਨ ਮਾਰਕ ਲੱਗ ਗਿਆ, ਜਿਸ ਤਰ੍ਹਾਂ ਹੁਣ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਰਹੇ ਨੇ, ਤਾਂ ਫਿਰ ਇੰਡੀਆ ਗੱਠਜੋੜ ਲਈ ਅੱਗੇ ਵਧਣਾ ਮੁਸ਼ਕਲ ਹੋ ਜਾਏਗਾ। ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਕਿਉਂਕਿ ਜਿਸ ਤਰ੍ਹਾਂ ਕਨਸੂਆਂ ਆ ਰਹੀਆਂ ਸਨ ਕਿ ਮੁੰਬਈ ਮੀਟਿੰਗ ਦੇ ਵਿੱਚ ਸੀਟਾਂ ਦਾ ਵੰਡ ਵੰਡਾਰਾ ਹੋਣਾ ਹੈ, ਸੀਟਾਂ ਦਾ ਲਹਿਰ ਸੋਚ ਵਿਚਾਰ ਹੋਣੀ ਹੈ ਵੀ ਕਿਹੜੇ ਧਿਰ ਨੇ ਕਿੰਨੀਆਂ ਸੀਟਾਂ ਤੇ ਲੜਨਾ ਤੇ ਕਿਹੜੀ ਨੇ ਕਿੰਨੀਆਂ ਤੇ ਲੜਨਾ ਤੇ ਇਸ ਤਰ੍ਹਾਂ ਦੀ ਗੰਭੀਰ ਮੀਟਿੰਗ ਹੋਣੀ ਸੀ। ਪਰੰਤੂ ਇਸ ਤਰ੍ਹਾਂ ਦੀ ਇਹ ਮੀਟਿੰਗ ਇਹ ਆਪਣੀ ਸ਼ੰਕਾਵਾਂ ਦੇ ਵਿੱਚ ਚਲੀ ਗਈ ਹੈ ਤਾਂ ਅਗਲੇ ਕਦਮ ਦੇ ਉੱਪਰ ਇਹ ਕਿਸ ਤਰ੍ਹਾਂ ਦਾ ਗੱਠਜੋੜ ਹੋਏਗਾ ਤੇ ਇਹਦਾ ਸਿੱਟੇ ਨਿਕਲਣਗੇ। ਜੀ ਭਿੰਡਰ ਸਾਹਿਬ। ਦੂਜੇ ਬੰਨੇ ਇੱਕ ਕਨਸੋ ਇਹ ਵੀ ਉਸ ਕੇ ਸਾਹਮਣੇ ਆਈ ਹੈ ਕਿ ਜਿਹੜੀ ਐਨਡੀਏ ਨੇ ਜਿਹੜੀ ਪਹਿਲੀ ਬੈਠਕ ਦਿੱਲੀ ਦੇ ਵਿੱਚ ਕੀਤੀ ਸੀ ਤਾਂ ਉਸ ਦਿਨ 38 ਪਾਰਟੀਆਂ ਸਾਹਮਣੇ ਲਿਆ ਦਿੱਤੀਆਂ ਗਈਆਂ ਸੀ ਤੇ ਜਿਹੜੀ ਅਗਲੀ ਬੈਠਕ ਹੈ ਉਸ ਸੰਬੰਧੀ ਵੀ ਤਰੀਕ ਜਲਦੀ ਹੀ ਮੁਕਰਰ ਹੋ ਰਹੀ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਹੋਣ ਵਾਲੀ ਜਿਹੜੀ ਹੈ ਐਨਡੀਏ ਦੀ ਬੈਠਕ ਉਹਦੇ ਵਿੱਚ 40 ਤੋਂ ਵੱਧ ਜਿਹੜੀਆਂ ਪਾਰਟੀਆਂ ਸ਼ਾਮਲ ਹੋ ਸਕਦੀਆਂ ਹਨ। ਜੀ ਡਾਕਟਰ ਸਾਹਿਬ। ਇਹ ਤਾਂ ਠੀਕ ਹੈ ਭਿੰਡਰ ਸਾਹਿਬ, ਜਦ ਤੱਕ ਜਿਹੜੀ ਕਿਉਂਕਿ ਸ਼੍ਰੀ ਸ਼ਰਦ ਪਵਾਰ ਦੀ ਜਿਹੜੀ ਐਨਸੀਪੀ ਹੈ ਬਹੁਤ ਵੱਡੀ ਧਿਰ ਸੀ ਤੇ ਬਹੁਤ ਵੱਡੀ ਪਾਰਟੀ ਹੈ ਜਿਨ੍ਹਾਂ ਦਾ ਬੜਾ ਵੱਡਾ ਆਧਾਰ ਹੈ। ਸ਼ਰਦ ਪਵਾਰ ਦਾ ਬਹੁਤ ਹੀ ਵੱਡਾ ਆਪਣਾ ਆਧਾਰ ਸੀਗਾ ਉਹਨਾਂ ਦਾ ਮਹਾਰਾਸ਼ਟਰ ਦੇ ਵਿੱਚ ਵੀ, ਹੋਰ ਵੀ ਤੇ ਕੌਮੀ ਰਾਜਨੀਤੀ ਦੇ ਵਿੱਚ ਵੀ। ਜੇਕਰ ਇਹ ਮੁੰਬਈ ਵਾਲੀ ਮੀਟਿੰਗ ਸਫਲਤਾਪੂਰਵਕ ਸੰਪੰਨ ਹੁੰਦੀ ਹੈ, ਅੱਗੇ ਚੜ੍ਹਦੀ ਹੈ ਬਿਨਾਂ ਸ਼ੰਕਾਵਾਂ ਤੋਂ, ਤਦ ਇਹਦੇ ਪੋਜ਼ਿਟਿਵ ਨਤੀਜੇ ਆਉਣਗੇ। ਇਹ ਜੇਕਰ ਉੱਥੇ ਸ਼ਰਦ ਪਵਾਰ ਬਾਰੇ ਇਸ ਤਰ੍ਹਾਂ ਦੀ ਸ਼ੰਕਾ ਉਤਪੰਨ ਹੋ ਜਾਂਦੀ ਹੈ ਤਾਂ ਫਿਰ ਇਹ ਮੀਟਿੰਗ ਦੀ ਮੇਜ਼ਬਾਨੀ ਤਾਂ ਉद्धਵ ਠਾਕਰੇ ਜੀ ਕਰਨਗੇ ਜਿਹੜੇ ਸ਼ਿਵ ਸੈਨਾ ਦੇ ਉਹ ਨੇ। ਤਾਂ ਉਹ ਉਸ ਤੋਂ ਬਾਅਦ ਇਹ ਕਿਸ ਤਰ੍ਹਾਂ ਦੇ ਡਾਇਰੈਕਸ਼ਨ ਵੱਲ ਨੂੰ ਵੱਧਦੀ ਹੈ ਤੇ ਜਾਂ ਇਹ ਵੀ ਹੋ ਸਕਦਾ ਹੈ ਕਈ ਵਾਰੀ ਉਲਟ ਵੀ ਚੱਲ ਸਕਦਾ ਵੀ ਜਿਹੜੇ ਭਾਈਵਾਲਾਂ ਦੀ ਗਿਣਤੀ ਪੁੱਠਾ ਗੇੜ ਵੀ ਚੱਲ ਸਕਦਾ। ਇਹ ਬੜੀ ਸੈਂਸਿਟਿਵ ਮੀਟਿੰਗ ਹੋਏਗੀ ਇਹ ਜਿਹੜੀ ਇਹ ਹੋਊਗੀ ਜਦੋਂ ਵੀ ਮੁੰਬਈ ਦੇ ਵਿੱਚ ਹੁੰਦੀ ਹੈ। ਜੀ ਭਿੰਦਰ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਆਪਾਂ ਹੁਣ ਇੱਕ ਪੰਜਾਬ ਦਾ ਜ਼ਿਕਰ ਕਰ ਲਈਏ। ਸੰਯੁਕਤ ਕਿਸਾਨ ਮੋਰਚਾ SKM ਉਹ ਇਸ ਵੇਲੇ ਟੁੱਟ ਭੱਜ ਦੇ ਸੀਨ ਦੇ ਵਿੱਚ ਦੱਸਿਆ ਜਾ ਰਿਹਾ ਹੈ। SKM ਦੇ ਵਿੱਚ ਦਰਜਨਾਂ ਹੀ ਇਸ ਵੇਲੇ ਦੇਸ਼ ਵਿਆਪੀ ਜਿਹੜੀਆਂ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਸ਼ਾਮਲ ਨੇ ਤੇ ਵੱਡੀ ਗਿਣਤੀ ਪੰਜਾਬ ਦੀਆਂ ਜਥੇਬੰਦੀਆਂ ਵੀ ਸਨ।
ਬਲਕਿ ਦਿੱਲੀ ਵਾਲੇ ਕਿਸਾਨ ਮੋਰਚੇ ਵੇਲੇ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੇ SKM ਦੀ ਲੀਡ ਕੀਤੀ ਤੇ ਦਿੱਲੀ ਕਿਸਾਨ ਮੋਰਚੇ ਤੋਂ ਬਾਅਦ ਕੁਝ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਟੁੱਟ ਭੱਜ ਵੱਖਰੀ ਤਰ੍ਹਾਂ ਦੀ ਆਈ, ਦਫਾੜ ਹੋ ਗਿਆ। SKM ਇੱਕ ਗੈਰ ਰਾਜਨੀਤਿਕ ਇਸ ਵੇਲੇ ਸਰਗਰਮ ਹੈ ਤੇ ਇੱਕ ਉੱਦਾਂ SKM ਵਜੋਂ। ਹੁਣ SKM ਦੇ ਵਿੱਚ ਕੌਮੀ ਪੱਧਰ ਤੇ ਇੱਕ ਤਰੇੜ ਪੈਂਦੀ ਵਿਖਾਈ ਦੇ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਅਗਲੇ ਸਮੇਂ SKM ਜਿਹੜਾ ਪੰਜਾਬ ਦੀਆਂ ਜਥੇਬੰਦੀਆਂ ਨੇ ਉਹ SKM ਨਾਲੋਂ ਅਲੱਗ ਪੈ ਕੇ ਇੱਕ ਵੱਖਰਾ ਕੌਮੀ ਮਹਾਜ ਗਠਿਤ ਕਰ ਸਕਦੀਆਂ ਨੇ। ਡਾਕਟਰ ਸਾਹਿਬ, ਇਹ ਕਿਸ ਤਰ੍ਹਾਂ ਦਾ ਜਿਹੜੀ ਕਣਸੋ ਸਾਹਮਣੇ ਆ ਰਹੀ ਹੈ ਤੇ ਕਿਉਂ ਆ ਰਹੀ ਹੈ? ਕਿਸ ਤਰ੍ਹਾਂ ਦੀ ਕਿਹੜੀ ਗੱਲ ਹੈ? ਡਾਕਟਰ ਸਾਹਿਬ ਬੋਲਿਓ। ਅਸਲ ਦੇ ਵਿੱਚ ਭਿੰਡਰ ਸਾਹਿਬ, ਜਿਹੜਾ ਦਿੱਲੀ ਮੋਰਚੇ ਦੀ ਸਫਲਤਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਕਾਫੀ ਟੁੱਟ ਭੱਜ ਹੋਈ ਹੈ। ਉਸ ਤੋਂ ਬਾਅਦ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੀ, ਵੱਡੀਆਂ ਜਥੇਬੰਦੀਆਂ ਸੀ, ਉਹਨਾਂ ਦੇ ਵਿੱਚ ਆਪਸੀ ਤੌਰ ਤੇ ਵੀ ਉਹਨਾਂ ਦੀਆਂ ਜਥੇਬੰਦੀਆਂ ਦੇ ਵਿੱਚ ਵੀ ਟੁੱਟ ਭੱਜ ਹੋਈ ਹੈ। ਇਹਦੇ ਕਈ ਕਾਰਨ ਹੋ ਸਕਦੇ ਨੇ ਕਿ ਲੀਡਰਸ਼ਿਪ ਦੀ ਜਾਂ ਕ੍ਰੈਡਿਟ ਲੈਣ ਦੀ ਜਾਂ ਫੰਡਾਂ ਦੀ ਕੋਈ ਇਸ ਤਰ੍ਹਾਂ ਦੀ ਹੋਊਗੀ, ਉਹ ਕਾਰਨ ਵੀ ਹੋ ਸਕਦੇ। ਜਿਹੜੀ ਆਲ ਇੰਡੀਆ ਲੈਵਲ ਦੇ ਉੱਪਰ ਸੰਯੁਕਤ ਕਿਸਾਨ ਮੋਰਚਾ ਬਣਿਆ ਹੋਇਆ, ਕਿਉਂਕਿ 2024 ਦੀ ਇਲੈਕਸ਼ਨ ਆ ਰਹੀ ਹੈ, ਇਸ ਤਰ੍ਹਾਂ ਰਾਜਨੀਤੀ ਦਾ ਬੜਾ ਵੱਡਾ ਪ੍ਰਭਾਵ ਵੀ ਅਸਰ ਵੀ ਪਏਗਾ। ਉਹਦੇ ਵਿੱਚ ਕੁਝ ਜਥੇਬੰਦੀਆਂ ਜਿਹੜੀਆਂ ਰਾਜਨੀਤਿਕ ਨੇ, ਰਾਜਨੀਤੀ ਦੇ ਵਿੱਚ ਹਿੱਸਾ ਲੈਣਾ ਚਾਹੁੰਦੀਆਂ ਨੇ ਤੇ ਉਹਨਾਂ ਦੇ ਆਪਣੇ ਇੰਟਰਸਟ ਵੀ ਨੇ ਤੇ ਕਈ ਵਾਰੀ ਬਾਹਰਲੀਆਂ ਪਾਰਟੀਆਂ ਵੀ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਰਿਫਟ ਕ੍ਰੀਏਟ ਕਰ ਦਿੰਦੀਆਂ ਨੇ। ਇਹ ਫੈਕਟਰ ਵੀ ਹੋ ਸਕਦਾ, ਜਿਵੇਂ ਪੰਜਾਬ ਦੇ ਵਿੱਚ 2022 ਦੀ ਇਲੈਕਸ਼ਨ ਵੇਲੇ ਹੋਇਆ ਤੇ ਕੁਝ ਜਥੇਬੰਦੀਆਂ ਨੇ ਇਲੈਕਸ਼ਨ ਲੜੀ ਅਤੇ ਉਹਦੇ ਵਿੱਚ ਨਾਕਾਮ ਹੋਏ ਤੇ ਨਾਕਾਮੀ ਪ੍ਰਾਪਤ ਕੀਤੀ, ਜਦਕਿ ਉਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦਾ ਏਡਾ ਵੱਡਾ ਪ੍ਰਭਾਵ ਸੀ, ਬਹੁਤ ਵੱਡਾ ਪ੍ਰਭਾਵ ਬਣ ਚੁੱਕਿਆ ਸੀ ਪੰਜਾਬ ਕੀ ਹਿੰਦੁਸਤਾਨ ਭਰ ਦੇ ਵਿੱਚ। ਪਰੰਤੂ ਉਹਨਾਂ ਦੀ ਆਪਸੀ ਟੁੱਟ ਭੱਜ ਨੇ, ਆਪਸੀ ਫੁੱਟ ਨੇ ਉਸ ਨੂੰ ਉਹ ਕੈਸ਼ ਨਹੀਂ ਕਰਨ ਦਿੱਤਾ ਤੇ ਉਹਨਾਂ ਦਾ ਬਹੁਤ ਹੀ ਨੁਕਸਾਨ ਵੀ ਹੋਇਆ ਤੇ ਉਹ ਸਗੋਂ ਇੱਕ ਸਾਈਡ ਤੇ ਚਲੇ ਗਏ। ਇਸ ਤਰ੍ਹਾਂ ਦੀ ਕੋਈ ਸ਼ਾਇਦ ਯੋਜਨਾਬੰਦੀ ਦੇ ਤਹਿਤ ਇਹਨਾਂ ਨੂੰ ਤੋੜ ਭੰਨ ਕਰਨ ਦਾ ਵੀ ਕੋਸ਼ਿਸ਼ ਹੁੰਦੀ ਹੋਊਗੀ। ਬਾਹਰੀ ਕਾਰਨ ਵੀ ਹੈ ਤੇ ਅੰਦਰੂਨੀ ਕਾਰਨ ਵੀ ਹੋ ਸਕਦੇ ਹੈ। ਬਿਲਕੁਲ ਡਾਕਟਰ ਸਾਹਿਬ, ਇਹ ਵੀ ਸਮਝਿਆ ਜਾ ਰਿਹਾ ਕਿ SKM ਦੀਆਂ ਕੁਝ ਧਿਰਾਂ ਵੱਲੋਂ ਇੰਡੀਆ ਗੱਠਜੋੜ ਦੀ ਹਮਾਇਤ ਕੀਤੀ ਜਾਣ ਲੱਗੀ ਹੈ। ਇਹ ਚਰਚਾ SKM ਦੇ ਵਿੱਚ ਵੱਡੇ ਪੱਧਰ ਉੱਤੇ ਕਿਉਂਕਿ SKM ਦਾ ਜਿਹੜਾ ਮੇਨ ਮਾਟੋ ਹੋਵੇ ਉਹ ਗੈਰ ਸਿਆਸੀ ਹੈ। ਦਿੱਲੀ ਕਿਸਾਨ ਮੋਰਚੇ ਦੇ ਵਿੱਚ ਵੀ ਸਿਆਸੀ ਆਗੂਆਂ ਨੂੰ ਮੇਨ ਮੰਚ ਦੇ ਨੇੜੇ ਤੇੜੇ ਨਹੀਂ ਸੀ ਫਰਕਣ ਦਿੱਤਾ ਗਿਆ। ਤੇ ਇੱਕ ਹੋਰ ਗੱਲ ਉਸ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਕਿਸਾਨ ਵਿੰਗ ਦੇ ਇੱਕ ਕੌਮੀ ਆਗੂ SKM ਦੀ ਇੱਕ ਕਿਸੇ ਬਾਹਰਲੇ ਰਾਜ ਦੇ ਵਿੱਚ ਰੈਲੀ ਦੇ ਵਿੱਚ ਸ਼ਾਮਲ ਹੋਏ ਤਾਂ ਉਹ ਵੀ ਇੱਕ SKM ਦੇ ਵਿੱਚ ਆਪਸੀ ਜਿਹੜਾ ਕਲੇਸ਼ ਵਧਿਆ ਹੋਇਆ ਹੈ। ਅਜਿਹੇ ਸਾਰੇ ਮਾਮਲੇ ਜਿਹੜੇ ਨੇ ਉਹ ਇਹੀ ਸੰਕੇਤ ਦੇ ਰਿਹਾ ਹੈ ਕਿ ਅਗਲੇ ਸਮੇਂ SKM ਫਿਰ ਦੋ ਹਿੱਸਿਆਂ ਦੇ ਵਿੱਚ ਹੋਣ ਵਾਲਾ। ਜੀ ਡਾਕਟਰ ਸਾਹਿਬ। ਬਿਲਕੁਲ ਸਹੀ ਹੈ। ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਇਹ ਨਾਕਾਮ ਹੋਇਆ ਇਹ ਹੌਸਲਾ, ਜਿਵੇਂ ਕਿ ਦਿੱਲੀ ਮੋਰਚੇ ਦੇ ਵੇਲੇ ਕਿਸਾਨ ਜਥੇਬੰਦੀਆਂ ਨੇ ਆਪਣੇ ਆਪ ਨੂੰ ਗੈਰ ਸਿਆਸੀ ਤੌਰ ਦੇ ਉੱਪਰ ਸੰਘਰਸ਼ ਲੜਿਆ ਸੀ ਤੇ ਸਿਆਸੀ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖੀ ਸੀ, ਉਹ ਉਹਨਾਂ ਦੀ ਕਾਮਯਾਬੀ ਦਾ ਇੱਕ ਰਾਜ ਵੀ ਰਿਹਾ ਤੇ ਕਾਮਯਾਬ ਵੀ ਹੋਏ ਨੇ। ਉਸ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਧੱਕੇ ਚੜ੍ਹਨਾ ਜਾਂ ਸਿਆਸੀ ਪਾਰਟੀਆਂ ਦੀ ਦਖਲਅੰਦਾਜ਼ੀ ਹੋਣ ਦੇ ਕਾਰਨ ਉਹਨਾਂ ਨੂੰ ਆਪਣਾ ਕਾਡਰ ਵੀ ਗਵਾਉਣਾ ਪੈ ਗਿਆ ਤੇ ਆਪਣੇ ਪੈਰਾਂ ਥੱਲੇ ਹੋਏ ਕਿਸੇ ਜ਼ਮੀਨ ਵੀ ਖਿਸਕਦੀ ਲੱਗਦੀ ਹੈ। ਹੁਣ ਵੀ ਸ਼ਾਇਦ ਇਹੋ ਕਾਰਨ ਹੋ ਸਕਦਾ ਹੈ ਕਿ ਉਹ ਸਿਆਸੀ ਪਾਰਟੀਆਂ ਦੇ ਧੱਕੇ ਚੜ੍ਹ ਰਹੇ ਅਤੇ ਕਿਸੇ ਇਸ ਦੇ ਕਾਰਨ ਵੀ ਇਹ ਵਧੀਆ ਤਾਂ ਇਹ ਹੈ ਕਿ ਆਪਣੇ ਸਰੂਪ ਨੂੰ ਉਸ ਤਰ੍ਹਾਂ ਬਰਕਰਾਰ ਰੱਖਦੇ ਤੇ ਆਪਣਾ ਜਿਹੜਾ ਪ੍ਰਭਾਵ ਸੀ ਉਹਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਸੀ। ਪਰੰਤੂ ਕਈ ਵਾਰੀ ਕਈ ਜਗ੍ਹਾ ਦੇ ਉੱਪਰ ਜਾਂ ਵੱਖੋ ਵੱਖਰੇ ਰਾਜਾਂ ਦੇ ਵਿੱਚ ਵੱਖੋ ਵੱਖਰੀਆਂ ਪਰਿਸਥਿਤੀਆਂ ਦੇ ਅਨੁਸਾਰ ਇਹ ਫੈਸਲੇ ਵੀ ਲੈਣੇ ਪੈਂਦੇ ਨੇ ਜਾਂ ਉਹਨਾਂ ਦੇ ਨਾਲ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੋਈ ਸਹਿਯੋਗ ਦੀ ਲੋੜ ਹੋਏਗੀ ਜਾਂ ਪਹਿਲਾਂ ਲਿਆ ਹੋਊਗਾ। ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਹੈ। ਜੀ ਪਿੰਡ ਡਾਕਟਰ ਸਾਹਿਬ, ਜਿਹੜੀ ਸਿਆਸਤ ਹੈ ਉਹ ਬੜੀ ਚੰਦਰੀ ਹੈ। 2022 ਦੇ ਚੋਣ ਪਿੰਡ ਦੇ ਵਿੱਚ ਵੀ ਕਿਸਾਨ ਮੋਰਚੇ ਉੱਤੇ ਕਹਿ ਲਈਏ ਕਿ SKM ਉੱਤੇ ਸਿਆਸਤ ਭਾਰੂ ਪਈ ਤੇ ਕੁਝ ਜਥੇਬੰਦੀਆਂ ਸਿਆਸਤ ਵੱਲ ਤੁਰ ਪਈਆਂ ਕਿਉਂਕਿ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼ਿਰਕਤ ਕਰ ਲਈ। ਇਸੇ ਤਰ੍ਹਾਂ ਹੁਣ ਜਿਹੜੀ ਹੈ 2024 ਦੇ ਪਿੰਡ ਦੇ ਵਿੱਚ ਵੀ ਜਿਹੜੀ ਹੈ ਕੌਮੀ ਸਿਆਸਤ ਉਹ SKM ਉੱਤੇ ਭਾਰੂ ਪੈਂਦੀ ਵਿਖਾਈ ਦੇ ਰਹੀ ਹੈ। ਅਜਿਹੇ ਦੇ ਨਾਲ ਡਾਕਟਰ ਸਾਹਿਬ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ਰਾਮ ਦਿੰਦੇ ਹਾਂ। ਰੱਬ ਰਾਖਾ। ਈ ਮਿਸ਼ਨ ਪੰਜਾਬੀ।